अस्सलाम वालेकुम ਦੋਸਤੋ ਅੱਜ ਇੱਕ ਹਫਤੇ ਦੀ ਸਰਕਾਰੀ ਕੀ ਕਹਿੰਦੇ ਨੇ ਮਹਿਮਾਨੀ ਤੋਂ ਬਾਅਦ ਘਰ ਆਇਆ ਤੇ ਘਰ ਆ ਕੇ ਮੈਂ ਕਿਹਾ ਹੁਣ ਕਿਸੇ ਗੈਰ ਸਰਕਾਰੀ ਦੋਸਤ ਨਾਲ ਵੀ ਮਿਲੀਏ ਤਾਂ ਕਿ ਇਹ ਜਿਹੜੇ ਸਰਕਾਰੀ ਮਹਿਮਾਨ ਨਵਾਜ਼ੀ ਤੇ ਮੇਜ਼ਬਾਨੀ ਇਹਦੇ ਮੁਤਲਕ ਕੋਈ ਮਿੱਠੀਆਂ ਗੰਦੀਆਂ ਚੁਗਲੀਆਂ ਕਰੀਏ ਤੇ ਮੈਂ ਆਪਣੇ ਮਿੱਤਰ ਪਿਆਰੇ ਸੱਜਣ ਅਫਜ਼ਲ ਸਾਹਿਬ ਨੂੰ ਆਵਾਜ਼ ਮਾਰੀ ਰਾਤ ਦੇ 1 ਵਜੇ ਉਹ ਵੀ ਨਸਾਇਆ ਤੇ ਅੱਗੇ ਮੇਰੇ ਨਾਲ ਸਨ ਸ਼ਾਹ ਸੰਧੂ ਸਾਹਿਬ ਤੇ ਉਹ ਬਾਅਦ ਚੋਂ ਪਤਾ ਲੱਗਾ ਕਿ ਇਹ ਤਾਂ ਕਿਤੇ ਪੁਰਾਣੇ ਬਚਪਨ ਦੇ ਲੰਗੋਟੀਏ ਨੇ ਹੁਣ ਲੰਗੋਟੀਆਂ ਦੱਸਣ ਦੀ ਲੋੜ ਨਹੀਂ ਲੰਗੋਟੀਆ ਕੀ ਹੁੰਦਾ ਤਾਂ ਜਦੋਂ ਬਹਿ ਕੇ ਇਹਨਾਂ ਨੇ ਇੱਕ ਲੰਗੋਟ ਲਾਏ ਤੇ ਗੱਲਾਂ ਹੋਈਆਂ ਤੇ ਪਤਾ ਲੱਗਾ ਕਿ 30-35 ਸਾਲ ਪਹਿਲੇ ਕੋਈ ਅਫਜ਼ਲ ਸਾਹਿਬ ਨੇ ਉਹ ਯਾਦਾਂ ਚਾਹਿਆ ਕਿ ਕੋਈ ਇਹਨਾਂ ਨੇ ਕੋਈ ਬਕਵਾਸਿਆਤ ਟਾਈਪ ਕੋਈ ਕਿਤਾਬ ਜੀ ਲਿਖੀ ਸੀ ਪਤਾ ਨਹੀਂ ਤਿੰਨ ਰੋਜ਼ਾ ਬਕਵਾਸ ਤਿੰਨ ਦਿਨੀ ਬਕਵਾਸ ਤੇ ਹੁਣ ਅਸੀਂ ਸੁਣਿਆ ਮਿੱਤਰ ਫੈਜ਼ੀ ਨੇ ਲਿਖੀ ਸੀ ਤੇ ਉਹਦੀ ਇਹਨਾਂ ਨੂੰ ਕੋਈ ਦਮ ਇਹਨਾਂ ਦੇ ਦਿਮਾਗ ਚੋਂ ਚੱਲਿਆ ਤੇ ਇਹ ਕਹਿੰਦੇ ਜੀ ਮੈਂ 2-3 ਚੀਜ਼ਾਂ ਇਹਨਾਂ ਕੋਲੋਂ ਹੁਣ ਅਸੀਂ ਸੁਣਦੇ ਹਾਂ ਉਹਦੀਆਂ ਤੇ ਵੇਖਦੇ ਰਹੋ ਪਾਸ਼ਾ ਕੀ ਭਾਸ਼ਾ ਆਪਕੀ ਆਸ਼ਾ ਖਬਰੇ ਬੇਤਹਾਸ਼ਾ ਤੇ ਇੱਕ ਗੱਲ ਉਹ ਜਿਵੇਂ ਕਹਿੰਦੇ ਨਾ ਕਿ ਫਿਲਮ ਚੱਲਣ ਤੋਂ ਪਹਿਲੇ ਕਿ ਅਬ ਆਪ ਪਰ ਲਾਜ਼ਮੀ ਹੈ ਕਿ ਖੜੇ ਹੋकर ਕੌਮੀ ਤਰਾਨਾ ਸੁਣੇ ਤੇ ਤੁਹਾਡੇ ਤੇ ਵੀ ਤੁਹਾਡੀ ਤੇ ਮਾਂ ਜਿਉਂਦੀ ਹੈ ਤੇ ਜੇ ਨਹੀਂ ਮਰ ਗਈ ਹੈ ਤੇ ਉਹਦਾ ਵਾਸਤਾ ਜੇ ਕਸਮ ਨਹੀਂ ਵੀਡੀਓ ਪੂਰੀ ਹੈ ਮੈਂ ਕਹਿ ਦਿੰਦਾ ਕਿ ਇਹ ਜੋ ਪਾਸ਼ਾ ਜੀ ਕਹਿ ਰਹੇ ਨੇ ਇਹ ਤੁਹਾਨੂੰ ਸੁਣਾਉਣਾ ਚਾਹ ਰਹੇ ਨੇ ਕਿ ਇਹ ਜੋ ਅਸੀਂ ਪੂਰੀ ਗੱਲ ਸੁਣੀਆਂ ਪੁਰਾਣੀਆਂ ਯਾਦਾਂ ਜੋ ਸਾਂਝੀਆਂ ਕੀਤੀਆਂ ਤੁਹਾਨੂੰ ਇੱਕ ਨਵਾਂ ਅਫਜ਼ਲ ਸਾਹਰ ਦੱਸਿਆ ਵਾਲੀ ਸ਼ਾਇਰੀ ਮੈਂ ਉਰਦੂ ਤਰ੍ਹਾਂ ਪੰਜਾਬੀ ਦਾ ਸ਼ਾਇਰ ਹਾਂ ਉਰਦੂ ਮੈਂ ਘੱਟ ਵੱਧ ਹੀ ਕਿਸੇ ਜ਼ਮਾਨੇ 'ਚ ਅਸੀਂ ਲਿਖੀ ਉਹ ਵੱਖਰੀ ਗੱਲ ਹੈ ਪਰ ਇਹ ਵੀ ਕਿ ਅੱਜ ਬੈਠਿਆਂ ਕਿਉਂਕਿ ਯਾਦ ਪੁਰਾਣੀ ਸੀ ਗੱਲ ਪੁਰਾਣੀ ਸੀ ਕਿਤਾਬ ਉਰਦੂ ਦੀ ਸੀ ਉਸ ਵੇਲੇ ਅਸੀਂ ਜੋ ਖੇਡਾਂ ਖੇਡੀਆਂ ਜੋ ਰੌਣਕਾਂ ਲਾਈਆਂ 28 ਸਾਲ ਪੁਰਾਣੀਆਂ 28 ਸਾਲ ਮੋਰ ਦੈਨ 28 to 28 ਮਤਲਬ 30 ਸਾਲ ਪੁਰਾਣੀ 30 ਸਾਲ ਪੁਰਾਣੀਆਂ ਗੱਲਾਂ ਤੇ ਉਹ ਗੱਲਾਂ ਜਿਹੜੀਆਂ ਨੇ ਅੱਜ ਸਾਂਝੀਆਂ ਹੋਈਆਂ ਔਰ ਮੈਂ ਪਾਸ਼ਾ ਦਾ ਸ਼ੁਕਰਗੁਜ਼ਾਰ ਹਾਂ ਕਿ ਇਹਨੇ ਇੱਕ ਹਮਦਮੇ ਦੇਰੀਨਾ ਮੇਰੇ ਜਿੰਦ ਜਾਨ ਮੇਰੇ ਪਿਆਰੇ ਇਹ ਸ਼ਾਇਦ ਨਦੀਮ ਦੇ ਨਾਲ ਮੁਲਾਕਾਤ ਕਰਾਈ ਹੈ ਤੇ ਔਰ ਇੰਨੇ ਸਾਲ ਕਿੰਨੇ ਸਾਲ ਬਾਅਦ ਮਿਲੇ 26 ਸਾਲ ਇੰਨੇ ਕਿ ਸਾਲ ਬਾਅਦ ਹੀ 99 ਚ ਅਸੀਂ ਇਕੱਠੇ ਇੰਡੀਆ ਗਏ ਸੀ ਮੈਨੂੰ ਯਾਦ ਹੈ ਤੇ ਉਸ ਤੋਂ ਬਾਅਦ ਅਸੀਂ ਅੱਜ ਮਿਲੇ ਤੇ ਇਹ ਪਾਸ਼ੇ ਦੀ ਮੁਹੱਬਤ ਹੈ ਤੇ ਇਹ ਜੋ ਸ਼ਾਇਰੀ ਇਹਨਾਂ ਨੇ ਮੇਰੇ ਕੋਲੋਂ ਸੁਣ ਲਈ ਹੈ ਜਾਂ ਐਵੇਂ ਆ ਗਈ ਹੈ ਇਹ ਤੁਸੀਂ ਸੁਣੋਗੇ ਤਾਂ ਤੁਹਾਨੂੰ ਮਜ਼ਾ ਆਏਗਾ ਇਸ ਤੋਂ ਅੱਗੇ ਮੈਂ ਕੁਝ ਮਜ਼ਾ ਨਾ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਚਲੋ ਦੇਖੋ ਫਿਰ ਹਾਂ ਯਸ ਸ਼ਾਹਿਦ ਦੀਨ ਦੇ ਨਾਂ ਮੇਰਾ ਹਮਦਮੇ ਦੇਰੀਨਾ ਮਿੱਤਰ ਪਿਆਰਾ ਯਾਦਗਾਰ ਤੇ ਮੈਂ ਜਿਹਨੇ ਜੋ ਅੱਜ ਕੱਲ ਪਾਕਿਸਤਾਨ ਤੋਂ ਬਾਹਰ ਚਲੋ ਆਇਆ ਤੇ ਉੱਥੇ ਬਾਕੀ ਸਰਕਾਰ ਇਹ ਤਾਂ ਮੈਂ ਮੇਰਾ ਵੀ ਤਾਂ ਮਲਾਇਆ ਕਿ ਨਹੀਂ ਜਿਹਨੇ ਮੇਰੇ ਯਾਰ ਮੇਰੇ ਮਿੱਤਰ ਪਿਆਰੇ ਜਨਾਬ MK ਪਾਸ਼ਾ ਮਲਾਇਆ ਨੇ ਟੁੱਚ ਲਵਾਇਆ ਲਾਰਡ MK ਪਾਸ਼ਾ ਟੁੱਟਿਆ ਸੀ ਟੁੱਚ ਲਾਇਆ ਔਰ ਇਹਦਾ ਪਤਾ ਵੀ ਨਹੀਂ ਸੀ ਪਾਸ਼ਾ ਨੇ ਮੈਨੂੰ ਚੇਚਾ ਬੁਲਾਇਆ ਅੱਧੀ ਰਾਤੀ 1 ਵਜੇ ਰਾਤ ਦੇ ਘਰੋਂ ਫੋਨ ਕਰਕੇ ਕਿ ਆ ਜਾ ਤੇ ਮੈਂ ਆ ਗਿਆ ਤੇ ਅੱਗੋਂ ਸਰਪ੍ਰਾਈਜ਼ ਹੋ ਗਿਆ ਚਲੋ ਖੈਰ ਇਹ ਤੇ ਹੁਣ ਇਰਸ਼ਾਦ ਇਹ ਤੇ ਸਾਡੀਆਂ ਆਪਣੀਆਂ ਗੱਲਾਂ ਨੇ ਪਰ ਮੈਨੂੰ ਹੁਕਮ ਹੋ ਗਿਆ ਕਿ ਅਸੀਂ ਗੱਲਾਂ ਕਰਦਿਆਂ ਯਾਦ ਆ ਗਿਆ ਪੁਰਾਣਾ ਆਪਣਾ ਲੈਲਪੁਰ ਉੱਥੇ ਫੈਜ਼ੀ ਦੀ ਲਿਖੀ ਜਿਹੜੀ ਕਿਤਾਬ ਸੀ ਸੇ ਰੋਜ਼ਾ ਹਿਜ਼ਿਆਨ ਅੰਜਮ ਨੇ ਜਿਹੜੀ ਛਮ ਖਿਆਲ ਪਬਲੀਕੇਸ਼ਨ ਵੱਲੋਂ ਛਾਪੀ ਸੀ ਤੇ ਉਹਦੇ ਵਿੱਚੋਂ ਕੁਝ ਮੈਨੂੰ ਜੋ ਮੇਰੇ ਚੇਤੇ 'ਚ ਨੇ ਕਿਉਂਕਿ ਉਸ ਦੇ ਇਕੱਠੇ ਸਨ ਸਾਰੇ ਤੇ ਜਬ ਵੀ ਹਮ ਪਰ ਭਰੀ ਜਵਾਨੀ ਹੋਤੀ ਹੈ ਤੇਰੀ ਚਾਹਤ ਕੀ ਨਦਾਨੀ ਹੋਤੀ ਹੈ ਅੱਛਾ ਇਹ ਦੱਸ ਦਈਏ ਪਹਿਲੇ ਥੋੜਾ ਜਿਹਾ ਕਿ ਇਹ ਜ਼ਫਰ ਇਕਬਾਲ ਸਾਹਿਬ ਜੋ ਤਜਰਬਾਤੀ ਸ਼ਾਇਰੀ ਕਰ ਰਹੇ ਸਨ ਖੁੱਲੀ ਸ਼ਾਇਰੀ ਔਰ ਮਤਲਬ ਇਸ ਤਰ੍ਹਾਂ ਦੀ ਸ਼ਾਇਰੀ ਕਿ ਜਿਹਨੂੰ ਅਸੀਂ ਸ਼ਾਇਰੀ ਨਹੀਂ ਕਹਿ ਸਕਦੇ ਤੇ ਸਾਡੇ ਲੈਲਪੁਰ ਦੇ ਮਿੱਤਰਾਂ ਨੇ ਕਿਹਾ ਕਿ ਯਾਰ ਇਹ ਕੀ ਸ਼ਾਇਰੀ ਇੰਜ ਦੀ ਅਸੀਂ 2 ਦਿਨਾਂ 'ਚ ਕਿਤਾਬ ਲਿਖ ਛੜੀਏ ਔਰ ਅਸੀਂ ਇੰਜ ਦੇ ਕੰਮ ਕਰਦੇ ਵੀ ਸਾਂ ਤੇ ਉੱਥੇ ਇਹ ਫੈਸਲਾ ਹੋਇਆ ਕਿ ਵੀ ਇਹ ਕਰਨਾ ਹੈ ਤੇ ਉਹ ਕਰ ਛੜਿਆ ਸੇ ਰੋਜ਼ਾ ਹਿਜ਼ਿਆਨ ਦੇ ਨਾਂ ਤੋਂ ਇੱਕ ਕਿਤਾਬ ਲਿਖੀ ਗਈ ਜਿਹੜੀ ਫੈਜ਼ੀ ਨੇ ਲਿਖੀ ਬਾਕੀ ਸੇ ਰੋਜ਼ਾ ਹਿਜ਼ਿਆਨ ਦਾ ਮਤਲਬ ਕੀ 3 ਦਿਨੀ ਬਕਵਾਸ ਕਰ ਲਓ 3 ਦਿਨਾਂ ਝੱਲ ਕਹਿ ਲਓ ਰਾਈਟਰ ਦਾ ਨਾਂ ਕੀ ਲਿਖਿਆ ਗਿਆ ਜ਼ਫਰ ਇਕਬਾਲ ਸ਼ਾਇਰੀ ਔਰ ਇਹ ਕਿਤਾਬ ਛਪੀ 3 ਦਿਨਾਂ 'ਚ 3 ਮਿੰਟਾਂ 'ਚ ਇਹਦਾ ਟਾਈਟਲ ਬਣਿਆ ਨਜ਼ਰ ਜਵੇਦ ਨੇ ਬਣਾਇਆ ਤੇ ਫੈਜ਼ੀ ਨੇ ਲਿਖਿਆ ਤੇ ਹਮ ਖਿਆਲ ਪਾ ਹੈ ਲੁਕਮੇ ਸਾਰਿਆਂ ਨੇ ਦਿੱਤੇ ਲੇਕਿਨ ਫੈਜ਼ੀ ਆਪ ਬੜਾ ਜ਼ਰਖੇਜ਼ ਫੈਜ਼ੀ ਬੜਾ ਜ਼ਰਖੇਜ਼ ਸ਼ਾਇਰ
ਉਹਦੇ ਵਿੱਚੋਂ ਅਸੀਂ ਕੁਝ ਟੋਟੇ ਤੁਹਾਨੂੰ ਸੁਣਾ ਰਹੇ ਹਾਂ। जब भी हम पर भरी जवानी होती है, तेरी चाहत की नादानी होती है, हमने भी कुछ पानी पीना होता है, हमने भी एक रोटी खानी होती है। तेरा अब्बा जो मर्जी बकवास करे, हम बोलें तो नाफरमानी होती है। एक महीने बाद तो काम पे जाने दो, दफ्तर से तनख्वाह भी लानी होती है। हाँ एक महीने बाद तो काम पे जाने दो, जाने दो। दफ्तर से तनख्वाह भी लानी होती है। ते उस्तानी को कार में लेकर फिरते हैं, कितनी उम्दा कारस्तानी होती है। वाह। उस्तानी को कार में लेकर फिरते हैं, कितनी उम्दा कारस्तानी होती है। ते पहले बाद में बेशक पैरों में पड़ जाते हैं या गिर जाते हैं, पहले हमने टांग अड़ानी होती है। वाह। बाद में बेशक पैरों में पड़ जाते हैं, पहले हमने टांग अड़ानी होती है। तो इसीलिए मिलते हैं डफर हम लोगों से, बेइज्जती करवानी होती है। कहते हैं अगो कहता है, डफर इकबाल फरमाते हैं कि हम कहते हैं दिल को खूब बड़ा करके, हुण एक काफी हैगा आ करके दा आ, हम कहते हैं दिल को खूब बड़ा करके, आ जाओ इस घर में बिस्मिल्लाह करके। और सड़कों पर भी फूल खिलाए हैं हमने, घर के बागीचे को और बड़ा करके। और सड़कों पर भी फूल खिलाए, ऐनू घट कर जरा साउंड, सड़कों पर भी फूल खिलाए हैं हमने, घर के बागीचों को और बड़ा करके। ते तुम तो गए थे बाथ में सिर्फ नहाने को, इतनी मुद्दत बाद आए हो क्या करके। तो बचपन तक तो छेड़ा खूब हसीनों को, छोड़ दिया करते थे वो छोटा करके हैं। तेरे बाप के डर से नींद नहीं आती, सो जाता हूँ तेरी अम्मी का करके। और खूब डफर अंदाज है उसकी चाहत का, सीधा बैठा है हमको उल्टा करके। एक आखिरी ट्राई का मौका नहीं मिला, अब्बा को मेरे भाई का मौका नहीं मिला, हम उसको छेड़छाड़ के फौरन निकल गए, लोगों को कार्रवाई का मौका नहीं मिला। वो जनवरी की रात अकारत चली गई, एक साथ एक रज़ाई का मौका नहीं मिला। यूं तो पढ़े हैं हमने बहुत से मुशायरे, लेकिन कभी कमाई का मौका नहीं मिला। ओ मतलब अपने हिस्से की मजदूरी करते हैं। जब 3 दिनों की छुट्टी लेकर दफ्तर से एक किताब की गज़लें पूरी करते हैं। जब नीली से अपना दिल भर जाता है, अपनी बेगम को मधुरी करते हैं। कहता है कि ओ मेरी माँ रोज़ कहती है खुदारा खोल कर देखो, टोटे जो सुना रहे हैं मैंने याद नहीं आ रहा। मेरी माँ रोज़ है बात चीज़ जरा ठहर के, हाँ, मेरी माँ रोज़ कहती है खुदारा खोल कर देखो, कभी कुरान का कोई सुपारा खोल कर देखो, अगर तुम चीर कर देखोगे तो तकलीफ होएगी। चुनाचे दिल इल्तिजा है, दिल हमारा खोल कर देखो। और किसी वादे के साथ एक 500 का नोट भी होगा, ज़रा तुम अपने आंचल का किनारा खोल कर देखो। जो मुझसे खुल ना सका, पता नहीं इस तरह का घी का डब्बा पहली कोशिश में, मगर बेगम का आर्डर है दोबारा खोल कर देखो। और मगर बेगम का आर्डर है दोबारा खोल कर देखो। आए शेर शायद यार वो शेर है सीरियस भी हो जाता है। कहता है बहुत सी ख्वाहिशें एक साथ उड़ जाती हैं हाथों से, किसी बच्चे की उंगली से गुब्बारा खोल कर दो।
बहुत सी ख्वाहिशें एक साथ उड़ जाती हैं हाथों से, किसी बच्चे की उंगली से गुब्बारा खोल कर देखो। तो कहना है कोई नुस्खा मुजर्रब खानदानी मांग लेते हैं, हकीमों से गई गुजरी जवानी मांग लेते हैं। वो पहली बार आए हैं किसी अच्छे से होटल में कि मेन्यू देखते हैं और पानी मांगते हैं। वो पहली बार आए हैं किसी अच्छे से होटल में कि मेन्यू देखते हैं और पानी मांग लेते हैं। अगर सिगरेट का पैकेट उदो नजर था ना सिगरेट जी 14.5 होता सी कोटले, अगर सिगरेट का पैकेट 14.5 का ही आता है तो फिर 14 रुपए देकर चुवानी मांग लेते हैं। चुवानी मांग लेते हैं। और तुम्हारे बाप को पढ़ना नहीं आता तो फिर क्या है, चलो ये रिश्ता उनसे मुंह ज़बानी मांग लेते हैं।